ਤੈਨੂੰ ਕੀ ਲੋੜ ਪਈ ਆ, ਤੂੰ ਕਿਉਂ ਬੋਲੀ ਜਾਂਦਾ। ਆਈ ਐਮ ਗੋਇੰਗ ਟੂ ਰਾਈਟ ਅ ਲੈਟਰ ਟੂ ਦ ਆਨਰੇਬਲ ਪ੍ਰਾਈਮ ਮਿਨਿਸਟਰ। ਸਤਿ ਸ਼੍ਰੀ ਅਕਾਲ ਜੀ। ਆਈ ਹੋਪ ਆਲ ਆਫ ਯੂ ਆਰ ਡੂਇੰਗ ਵੈਲ। ਮੈਂ ਰੂਬਰੂ ਇਸ ਕਰਕੇ ਹੋਇਆ, ਕੱਲ ਆਪਣੇ ਆਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਆਏ ਤੇ ਉਹਨਾਂ ਨੇ ਆਪਦੀ ਸਪੀਚ ਦਿੱਤੀ, ਉਹ ਸਾਰਿਆਂ ਨੇ ਆਪਾਂ ਸੁਣੀ। ਮੈਂ ਵੀ ਉਹਦੇ ਤੇ ਆਪਦੀ ਪ੍ਰਤੀਕਿਰਿਆ ਦਿੱਤੀ। ਮੈਨੂੰ ਅਕਸਰ ਅੱਜ ਕੱਲ੍ਹ ਇਹ ਬਹੁਤ ਜ਼ਿਆਦਾ ਜਿਹੜੇ ਮੇਰੇ ਬੇਲੀ ਮਿੱਤਰ ਆ ਜਾਂ ਜਿਹੜੇ ਚਾਹਣ ਵਾਲੇ ਆ ਜਾਂ ਜਿਹੜੇ ਮੇਰੇ ਕਰੀਬ ਆ, ਉਹ ਸਾਰੇ ਬੰਦੇ ਇਹ ਗੱਲ ਕਰਦੇ ਆ ਵੀ ਭਾਈ ਤੈਨੂੰ ਕੀ ਲੋੜ ਪਈ ਆ, ਤੂੰ ਕਿਉਂ ਬੋਲੀ ਜਾਂਦਾ, ਤੂੰ ਆਰਟਿਸਟ ਬੰਦਾ, ਐਕਟਰ ਬੰਦਾ, ਤੂੰ ਰਹਿਣ ਦੇ, ਐਵੇਂ ਪੰਗਾ ਲੈ ਲੇਗਾ। ਪਰ ਮੈਂ ਜਿਹੜੀ ਇਹ ਗੱਲ ਇਸ ਕਰਕੇ ਕਰ ਰਿਹਾ, ਅਸੀਂ ਜਾਂ ਮੈਂ ਐਜ਼ ਅ ਸਿਟੀਜ਼ਨ ਆਫ ਦਿਸ ਕੰਟਰੀ, ਸਾਡੀ ਇੱਕ ਨਾ ਸੈਂਸ ਆਫ ਰਿਸਪੌਂਸਿਬਿਲਿਟੀ ਹੁੰਦੀ ਹੈ, ਸੋਸ਼ਲ ਸੈਂਸ ਆਫ ਰਿਸਪੌਂਸਿਬਿਲਿਟੀ ਹੁੰਦੀ ਹੈ, ਜਿਹੜੀ ਕਿ ਬਹੁਤ ਜ਼ਰੂਰੀ ਹੁੰਦੀ ਹੈ। ਮੈਂ ਜਿਉਂ-ਜਿਉਂ ਥੋੜ੍ਹਾ ਬਹੁਤ ਪੜ੍ਹੀ ਜਾਂਦਾ, ਉਹ ਸੋਸ਼ਲ ਸੈਂਸ ਆਫ ਰਿਸਪੌਂਸਿਬਿਲਿਟੀ ਮੇਰੇ 'ਚ ਹੋਰ ਜ਼ਿਆਦਾ ਆਈ ਜਾਂਦੀ ਹੈ। ਤਾਂ ਇਸ ਕਰਕੇ ਮੈਨੂੰ ਐਂ ਲੱਗਦਾ ਵੀ ਇਹ ਸਾਡਾ ਫਰਜ਼ ਬਣਦਾ, ਅਸੀਂ ਇੱਕ ਦੂਜੇ ਨਾਲ ਗੱਲਾਂ ਕਰੀਏ, ਇੱਕ ਦੂਜੇ ਨੂੰ ਜਾਗਰੂਕ ਕਰਾਈਏ। ਸਾਡੇ ਆਸ-ਪਾਸ ਜੋ ਹੋ ਰਿਹਾ ਉਹਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ। ਇਹ ਹੋਰ ਵੀ ਜ਼ਰੂਰੀ ਗੱਲ ਇਸ ਕਰਕੇ ਆ ਕਿਉਂਕਿ ਮੈਂ ਇਹ ਗੱਲ ਸੁਣੀ ਜਦੋਂ ਲੋਕਡਾਊਨ ਅਨਾਉਂਸ ਹੋਇਆ ਤਾਂ ਸਾਡੇ ਆਨਰੇਬਲ PM ਉਹਨਾਂ ਨੇ ਸਾਰੇ ਜਿਹੜੇ ਨਿਊਜ਼ਪੇਪਰ, ਸਾਡੇ ਵੱਡੇ ਨਿਊਜ਼ਪੇਪਰ ਜਾਂ ਪ੍ਰੈਸ ਦੇ ਅਦਾਰੇ ਆ, ਉਹਨਾਂ ਦੇ ਓਨਰਸ ਨਾਲ, ਉਹਨਾਂ ਦੇ MDs ਨਾਲ, ਚੇਅਰਮੈਨਸ ਨਾਲ ਮੀਟਿੰਗ ਕੀਤੀ। ਉਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਵੀ ਹੁਣ ਤੋਂ ਤੁਸੀਂ ਸਿਰਫ ਪੋਜ਼ਿਟਿਵ ਨਿਊਜ਼ ਹੀ ਛਾਪੋਗੇ। ਤੇ ਇਸ ਕਰਕੇ ਮੈਨੂੰ ਲੱਗਦਾ ਇੱਕਾ ਦੁੱਕਾ ਪ੍ਰੈਸ ਨੂੰ ਛੱਡ ਕੇ ਉਹ ਸਾਰੀਆਂ ਗੱਲਾਂ ਜਿਹੜੀਆਂ ਇਸ ਵੇਲੇ ਸਾਡੇ ਹੁਕਮਰਾਨਾਂ ਦੇ ਹਿੱਤ 'ਚ ਜਾਂ ਸਾਡੀ ਗਵਰਨਮੈਂਟ ਦੇ ਹਿੱਤ 'ਚ, ਉਹੀ ਛਾਪੀਆਂ ਜਾ ਰਹੀਆਂ। ਕੋਈ ਕ੍ਰਿਟੀਕਲੀ ਕਿਸੇ ਚੀਜ਼ ਨੂੰ ਦੇਖਿਆ ਨਹੀਂ ਜਾ ਰਿਹਾ। ਤਾਂ ਇਸ ਕਰਕੇ ਇਹ ਸਿਟੀਜ਼ਨਸ ਦੀ ਜਾਂ ਸਾਡੀ ਇਹ ਸੈਂਸ ਆਫ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ ਵੀ ਅਸੀਂ ਆਪਦੀ ਆਵਾਜ਼ ਉਠਾਈਏ। ਜਿੰਨੇ ਕੁ ਆਪਾਂ ਪੜ੍ਹੇ ਲਿਖੇ ਹਾਂ, ਜਿੰਨੇ ਕੁ ਸਮਝ ਸਕਦੇ ਹਾਂ, ਇਸ ਗੱਲ ਨੂੰ ਸਮਝ ਕੇ ਅਸੀਂ ਆਪਦੀ ਆਵਾਜ਼ ਉਠਾਈਏ ਵੀ ਸਾਨੂੰ ਜਾਗਰੂਕ ਹੋਣਾ ਪਊਗਾ, ਸਾਡੇ ਲੋਕਾਂ ਨੂੰ ਜਾਗਰੂਕ ਹੋਣਾ ਪਊਗਾ, ਲੋਕਾਂ ਦੇ ਭਲੇ ਵਾਸਤੇ ਸਾਨੂੰ ਕੁਛ ਨਾ ਕੁਛ ਕਰਨਾ ਪਊਗਾ। ਸੋ ਆਪਾਂ ਗੱਲ ਕਰ ਰਹੇ ਸੀ ਕੱਲ ਪ੍ਰਾਈਮ ਮਿਨਿਸਟਰ ਸਾਹਿਬ ਸਾਡੇ ਜਿਹੜੇ TV ਤੇ ਆ ਕੇ ਉਹਨਾਂ ਨੇ ਸਾਨੂੰ ਐਡਰੈਸ ਕੀਤਾ। ਉਸ ਸਪੀਚ 'ਚ ਕੁਛ ਗੱਲਾਂ ਜਿਹੜੀਆਂ ਬਹੁਤ ਹੀ ਮੈਨੂੰ ਲੱਗਦਾ ਸਾਨੂੰ ਜਾਂ ਮੈਨੂੰ ਨਹੀਂ ਸਮਝ ਆਈਆਂ, ਉਹ ਗੱਲਾਂ ਮੈਂ ਤੁਹਾਡੇ ਨਾਲ ਇਸ ਕਰਕੇ ਕਰਨੀਆਂ ਚਾਹੁੰਦਾ ਕਿਉਂਕਿ ਇਹਨਾਂ ਗੱਲਾਂ ਨੂੰ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਆ। ਇਸ ਕਰਕੇ ਜ਼ਰੂਰੀ ਆ ਤਾਂ ਕਿ ਅਸੀਂ ਆਪਦੀ ਆਵਾਜ਼ ਉੱਥੋਂ ਤੱਕ ਉਠਾ ਸਕੀਏ। ਮੈਂ ਇਹ ਵੀ ਡਿਸਾਈਡ ਕੀਤਾ ਦੈਟ ਆਈ ਐਮ ਗੋਇੰਗ ਟੂ ਰਾਈਟ ਅ ਲੈਟਰ ਟੂ ਦ ਆਨਰੇਬਲ ਪ੍ਰਾਈਮ ਮਿਨਿਸਟਰ। ਬਹੁਤ ਜ਼ਰੂਰੀ ਆ ਅਸੀਂ ਆਪਦੀ ਆਵਾਜ਼ ਉਠਾਈਏ, ਉਹ ਸਾਡੀ ਆਵਾਜ਼ ਸੁਣ, ਉਸ ਪ੍ਰਤੀਕਿਰਿਆ 'ਤੇ ਕੋਈ ਗੱਲ ਹੋਵੇ, ਉਹਨੂੰ ਕੰਸੀਡਰ ਕੀਤਾ ਜਾਵੇ ਤੇ ਹੋ ਸਕਦਾ ਚੀਜ਼ਾਂ ਬੈਟਰ ਹੋ ਜਾਣ। ਕਿਉਂਕਿ ਅਸੀਂ ਇਸ ਦੇਸ਼ 'ਚ ਰਹਿੰਦੇ ਹਾਂ, ਅਸੀਂ ਉਹਨਾਂ 'ਚੋਂ ਵੀ ਨਹੀਂ ਆ ਵੀ ਦੇਸ਼ ਛੱਡ ਕੇ ਭੱਜ ਜਾਵਾਂਗੇ, ਕਹਾਂਗੇ ਵੀ ਅਸੀਂ ਨਹੀਂ ਰਹਿਣਾ ਜੀ, ਅੰਟਿਲ ਅਨਲੈਸ ਵੀ ਉਹ ਸਿਚੁਏਸ਼ਨ ਹੀ ਐਡੀ ਮਾੜੀ ਆ ਜੇ। ਤੇ ਬਹੁਤ ਸਾਰੇ ਲੋਕ ਜਿਹੜੇ ਮੈਨੂੰ ਐਂ ਪਤਾ ਵੀ ਸਾਡੇ ਪੰਜਾਬ 'ਚੋਂ ਵੀ ਜਾਂ ਹੋਰ ਬਾਹਰੋਂ ਕਿਤੇ ਗਏ ਆ, ਉਹ ਇਸੇ ਕਰਕੇ ਗਏ ਆ ਕਿਉਂਕਿ ਕਿਤੇ ਨਾ ਕਿਤੇ ਆ ਕੇ ਉਹ ਇਹ ਗੱਲ ਸਮਝ ਲੈਂਦੇ ਆ ਜਾਂ ਉਹਨਾਂ ਨੂੰ ਜਲਦੀ ਸਮਝ ਆ ਜਾਂਦੀ ਆ ਵੀ ਕੁਛ ਨਹੀਂ ਹੋਣਾ। ਪਰ ਮੈਨੂੰ ਐਂ ਲੱਗਦਾ ਵੀ ਕੁਛ ਨਾ ਕੁਛ ਹੋਊਗਾ। ਸੋ ਵੀ ਹੈਵ ਟੂ ਬ੍ਰਿੰਗ ਦੈਟ ਚੇਂਜ। ਸੋ ਐਨੀਵੇਜ਼ ਆਪਾਂ ਪ੍ਰਾਈਮ ਮਿਨਿਸਟਰ ਸਾਹਿਬ ਦੀ ਜਿਹੜੇ ਸਾਨੂੰ ਐਡਰੈਸ ਕੀਤਾ ਉਹਦੀ ਗੱਲ ਕਰ ਰਹੇ ਸੀ। ਪਹਿਲੀ ਗੱਲ ਤਾਂ ਮੈਂ ਇਹ ਗੱਲ ਜਿਹੜੀ ਸਾਹਮਣੇ ਜਾਂ ਇਹ ਗੱਲ ਆਪਣੇ ਤੁਹਾਡੇ ਸਾਰਿਆਂ ਨਾਲ ਕਰ ਦੇਣਾ ਚਾਹੁੰਦਾ ਵੀ ਉਹ ਪਤਾ ਨਹੀਂ ਕਿਸ ਤਰ੍ਹਾਂ ਇਕੋਨਮੀ ਨੂੰ ਦੇਖੀ ਜਾਂਦੇ ਆ। ਮੈਂ ਕੋਈ ਇਕੋਨਮੀ ਦਾ ਐਕਸਪਰਟ ਬੰਦਾ ਤਾਂ ਹੈ ਨਹੀਂ, ਪਰ ਮੈਨੂੰ ਨਹੀਂ ਲੱਗਦਾ ਕੋਈ ਵੀ ਇਹੋ ਜਿਹਾ ਸੈਕਟਰ ਆ ਜਿਹੜਾ ਅੱਜ ਦੀ ਡੇਟ 'ਚ ਬਹੁਤ ਚੰਗਾ ਕਰ ਰਿਹਾ। ਇੱਥੇ ਤਾਂ ਲੋਕ ਨੌਕਰੀਆਂ ਆਪਦੀਆਂ ਮੇਰੇ ਖਿਆਲ 'ਚ ਲੂਜ਼ ਕਰੀ ਜਾਂਦੇ ਆ। 25% ਜਿਹੜੀ ਸਾਡੀ ਰੋਜ਼ਗਾਰ ਦੀ ਮੈਨੂੰ ਲੱਗਦਾ ਜਿੰਨੀ ਕਪੈਸਿਟੀ ਸੀ ਉਹਦਾ 25% ਤਾਂ ਆਲਰੇਡੀ ਲੂਜ਼ ਕਰਤਾ। ਉਹ ਵਰਕਰਸ ਹੋਣ, ਚਾਹੇ ਉਹ ਫੈਕਟਰੀ ਵਰਕਰਸ ਹੋਣ, ਚਾਹੇ ਉਹ ਪ੍ਰਾਈਵੇਟ ਸੈਕਟਰ ਦੇ ਬੰਦੇ ਹੋਣ, ਚਾਹੇ ਗਵਰਨਮੈਂਟ ਸੈਕਟਰ ਦੇ ਬੰਦੇ ਹੋਣ, 25% ਲੋਕਾਂ ਨੇ ਆਪਦੀ ਨੌਕਰੀ ਗਵਾ ਲਈ ਆ ਆਲਰੇਡੀ। ਸੋ ਮੈਨੂੰ ਕੋਈ ਨਹੀਂ ਇਹ ਗੱਲ ਲੱਗਦੀ ਜਿਵੇਂ ਉਹਨਾਂ ਨੇ ਇਹ ਗੱਲ ਕਹੀ ਵੀ ਸਾਨੂੰ ਇਸ ਮਹਾਮਾਰੀ ਨੂੰ ਜਾਂ ਇਸ ਸਾਰੀ ਸਿਚੁਏਸ਼ਨ ਨੂੰ ਇੱਕ ਅਵਸਰ 'ਚ ਬਦਲ ਲੈਣਾ ਚਾਹੀਦਾ। ਆਈ ਡੋਂਟ ਕੰਸੀਡਰ ਇਟ ਇਜ਼ ਲਾਈਕ ਦੈਟ। ਆਈ ਥਿੰਕ ਉਹ ਪਤਾ ਨਹੀਂ ਕਿਸ ਪੁਆਇੰਟ ਆਫ ਵਿਊ ਤੋਂ ਇਸ ਗੱਲ ਨੂੰ ਦੇਖਦੇ ਆ, ਪਰ ਲੋਕਾਂ 'ਚ ਤਾਂ
ਮਰੋ ਮਰੀ ਹੋਈ ਪਈ ਆ, ਬਹੁਤ ਲੋਕਾਂ ਨੂੰ ਸਮਝ ਨਹੀਂ ਆ ਰਹੀ ਗੱਲ ਕਿੱਧਰ ਨੂੰ ਜਾ ਰਹੀ ਆ। ਤਾਂ ਇਹ ਸਾਡੇ ਹੁਕਮਰਾਨਾਂ ਦੀ ਤਾਂ ਲੀਡਰਸ ਦੀ ਹੀ ਡਿਊਟੀ ਹੁੰਦੀ ਆ, ਸਾਨੂੰ ਇੱਕ ਸੇਧ ਦੇਣੀ, ਸਾਨੂੰ ਸਹੀ ਰਾਹ ਵੱਲ ਲੈ ਕੇ ਜਾਣਾ। ਮੈਂ ਤੁਹਾਨੂੰ ਇਹ ਗੱਲ ਦੱਸਦਾ, ਜਦੋਂ ਲੋਕਡਾਊਨ ਅਨਾਉਂਸ ਹੋਇਆ ਸੀ ਪਹਿਲੇ ਹਫਤੇ ਜਾਂ ਦੂਜੇ ਹਫਤੇ ਹੀ ਗਵਰਨਮੈਂਟ ਸਾਨੂੰ ਇਹ ਕਹਿਣ ਲੱਗ ਗਈ ਸੀ ਜੀ ਸਾਨੂੰ ਫੰਡ ਦਿਓ ਸੋ ਦੈਟ ਵੀ ਕੈਨ ਫਾਈਟ ਦਿਸ ਪੈਂਡੇਮਿਕ। ਹੁਣ ਇਹ ਗੱਲ ਜਦੋਂ ਉਹਨਾਂ ਨੇ ਕਹੀ ਤਾਂ ਬਹੁਤ ਲੋਕਾਂ ਨੇ ਫੰਡਸ ਦਿੱਤੇ, ਜਿਹਦੇ ਚੋਂ ਵੱਡੇ ਵੱਡੇ ਇੰਡਸਟਰੀਅਲਿਸਟਸ ਜਾਂ ਵੱਡੇ ਵੱਡੇ ਜਿਹੜੇ ਹੋਰ ਜਿਹੜੇ ਸਾਡੇ ਐਕਟਰਸ ਆ ਉਹਨਾਂ ਨੇ ਵੀ ਫੰਡਸ ਦਿੱਤੇ। ਪਰ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਵੀ ਬਾਈ ਜੀ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਇਹ ਫੰਡ ਜਾ ਕਿੱਥੇ ਰਿਹਾ, ਕਿਉਂਕਿ PM ਕੇਅਰ ਨਾਂ ਦਾ ਇੱਕ ਫੰਡ ਬਣਾਇਆ ਗਿਆ, ਜਿਹੜਾ PM ਰਿਲੀਫ ਫੰਡ ਆ ਉਹਦੀ ਗੱਲ ਨਹੀਂ ਕੀਤੀ ਜਾਂਦੀ, ਕਿਉਂਕਿ ਉਹਦੇ 'ਚ ਅਕਾਊਂਟੇਬਿਲਿਟੀ ਆ ਐਂਡ ਟਰਾਂਸਪੇਰੈਂਸੀ ਆ। ਇੱਥੇ ਨਾ ਅਕਾਊਂਟੇਬਿਲਿਟੀ ਆ ਨਾ ਟਰਾਂਸਪੇਰੈਂਸੀ ਆ। PM ਕੇਅਰ ਨਾਂ ਦਾ ਇੱਕ ਫੰਡ ਬਣਾਇਆ ਗਿਆ ਤੇ ਉਹਦੇ 'ਚ ਫੰਡ ਲਿੱਤਾ ਗਿਆ। ਸੋ ਟੁਡੇ we are sitting here, we don't know what they will do with it or what they are doing with it. So that is my first point which I wanted to raise, ਕਿਉਂਕਿ ਇਹ ਗੱਲ ਇਸ ਲਈ ਜ਼ਰੂਰੀ ਆ, ਜਦੋਂ ਅਸੀਂ ਮਜ਼ਦੂਰਾਂ ਨੂੰ, ਜਿਹੜੇ ਮਜ਼ਦੂਰ ਤੁਹਾਡੇ ਲਈ ਕੰਮ ਕਰਦੇ ਆ, ਤੁਹਾਡੇ ਮਹਾਨਗਰਾਂ 'ਚ ਕੰਮ ਕਰਦੇ ਆ, ਉਹ ਜਦੋਂ ਸੜਕਾਂ ਤੇ ਤੁਰ ਕੇ ਜਾਂਦੇ ਆ, ਜਾਂ ਤੁਸੀਂ ਸਾਰਿਆਂ ਨੇ ਇਹ ਗੱਲ ਦੇਖੀ ਹੋਊਗੀ, ਉਹਨਾਂ ਦੇ ਪੈਰਾਂ 'ਚ ਚੱਪਲਾਂ ਨਹੀਂ, ਉਹਨਾਂ ਦੇ ਸਿਰ ਤੇ ਕੋਈ ਕੱਪੜਾ ਨਹੀਂ, 40 ਡਿਗਰੀ 45 ਡਿਗਰੀ ਦੀ ਧੁੱਪ 'ਚ ਉਹ ਸੜਕਾਂ ਤੇ ਤੁਰੇ ਜਾਂਦੇ ਆ। ਉਹਨਾਂ ਦੇ ਖਾਣ ਲਈ ਕੋਈ ਸਾਧਨ ਨਹੀਂ ਆ, ਉਹਨਾਂ ਦੇ ਜਾਣ ਲਈ ਕੋਈ ਸਾਧਨ ਨਹੀਂ ਆ, ਤੇ ਗਵਰਨਮੈਂਟ ਇਸ ਗੱਲ ਦਾ ਖਿਆਲ ਨਹੀਂ ਰੱਖਦੀ, ਜਾਂ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਨੂੰ ਇਹ ਗੱਲ ਨਹੀਂ ਦੇਖਦੀ ਵੀ ਇਹ ਸਾਰੇ ਮਜ਼ਦੂਰ ਆ, ਇਹ ਉਹੀ ਬੰਦੇ ਆ ਜਿਨ੍ਹਾਂ ਦੀ ਉਹ ਗੱਲ ਕਰ ਰਹੇ ਆ, ਤੇ ਜਿਨ੍ਹਾਂ ਨੂੰ ਉਹ ਇਹ ਕਹਿ ਰਹੇ ਆ ਇਹ ਸਾਰੇ ਬਲਿਦਾਨ ਤੇ ਆਪਦਾ ਜਿਹੜਾ ਇਹਨਾਂ ਨੇ ਤਿਆਗ ਦਿੱਤਾ, ਉਹਦੇ ਲਈ ਇਹਨਾਂ ਦਾ ਮੈਂ ਖਿਆਲ ਰੱਖੂੰਗਾ। ਵੀ ਖਿਆਲ ਕਦੋਂ ਰੱਖੋਗੇ? ਉਹ ਤਾਂ ਹੁਣ ਮਰੀ ਜਾਂਦੇ ਆ ਜੀ। ਇਹ ਬਲਿਦਾਨ ਤੇ ਤਿਆਗ ਨਹੀਂ ਆ ਜੀ, ਇਹ ਪਰਿਭਾਸ਼ਾ ਚੇਂਜ ਕਰੋ ਤੁਸੀਂ, ਤੁਹਾਡੀ ਪਰਿਭਾਸ਼ਾ ਬਦਲ ਗਈ ਆ ਬਲਿਦਾਨ ਤੇ ਤਿਆਗ ਦੀ। ਉਹ ਤਾਂ ਨਾ ਸਰਦੇ ਨੂੰ, ਜਦੋਂ ਉਹਨਾਂ ਨੂੰ ਜਿੱਥੇ ਜਿੱਥੇ ਬੈਠੇ ਸੀ ਉੱਥੇ ਕੁਝ ਨਹੀਂ ਮਿਲਿਆ, ਅਗਲੇ ਕਹਿੰਦੇ ਆਪਦੇ ਘਰਾਂ ਨੂੰ ਹੋਲੀਏ, ਉਹ ਘਰਾਂ ਨੂੰ ਗਏ ਆ, ਘਰਾਂ ਨੂੰ ਪਹੁੰਚਾਉਣ ਵਾਸਤੇ ਤੁਹਾਡੇ ਕੋਲੇ ਸਾਧਨ ਨਹੀਂ ਆ। ਤੁਸੀਂ ਕੁੰਭ ਦੇ ਮੇਲੇ ਤੇ 4000 ਕਰੋੜ ਲਾ ਦਿੰਦੇ ਹੋ, ਤੁਸੀਂ ਰਾਮ ਮੰਦਿਰ ਤੇ 2000 ਕਰੋੜ ਲਾ ਦਿੰਦੇ ਹੋ, ਤੁਸੀਂ ਜਿਹੜਾ ਸਰਦਾਰ ਵੱਲਭ ਭਾਈ ਪਟੇਲ ਦਾ ਬੁੱਤ ਬਣਾਈ ਜਾਂਦੇ ਹੋ ਉਹਦੇ ਤੇ 3000 ਕਰੋੜ ਲਾ ਦਿੰਦੇ ਹੋ, ਤੁਸੀਂ ਡਾਕਟਰ ਅੰਬੇਦਕਰ ਦਾ ਬੁੱਤ ਬਣਾਈ ਜਾਂਦੇ ਹੋ ਉਹਦੇ ਤੇ 1500 2000 ਕਰੋੜ ਲਾ ਦਿੰਦੇ ਹੋ, ਤੁਸੀਂ ਜੇ ਪ੍ਰੈਜ਼ੀਡੈਂਟ ਟਰੰਪ ਨੇ ਇੰਡੀਆ 'ਚ ਆਉਣਾ 125 ਕਰੋੜ ਉਹਦੇ ਤੇ ਖਰਚ ਕੀਤਾ ਜਾਂਦਾ, ਤੁਹਾਡੇ ਜਿਹੜੇ ਫੋਰਨ ਟ੍ਰਿਪਸ ਆ 700 ਕਰੋੜ ਉਹਦੇ ਤੇ ਖਰਚ ਕੀਤਾ ਜਾਂਦਾ, ਜਾਂ ਹੁਣ ਤੁਹਾਡੇ 에ਅਰਕ੍ਰਾਫਟਸ ਆ ਰਹੇ ਆ 7500 ਕਰੋੜ ਉਹਦੇ ਤੇ ਖਰਚ ਕੀਤਾ ਜਾਂਦਾ। ਵਾਟ ਅਬਾਊਟ ਥੀਸ ਪੀਪਲ? ਵਾਟ ਅਬਾਊਟ ਥੀਸ ਵਰਕਰਸ? ਜਿਹੜੇ ਇਹ ਵਰਕਰਸ ਜਦੋਂ ਵੋਟਾਂ ਹੁੰਦੀਆਂ ਉਦੋਂ ਤਾਂ ਤੁਸੀਂ ਚਾਹੁੰਦੇ ਹੋ ਵੀ ਇਹ ਸਾਰੇ ਦੇਖੋ ਜੀ ਤੁਹਾਡੇ ਬੰਦੇ ਆ, ਇਹ ਸਾਰਿਆਂ ਨੂੰ ਤੁਸੀਂ ਉਦੋਂ ਟਰਮ ਕਰ ਦਿੰਦੇ ਹੋ ਵੀ ਇਹ ਸਾਰੇ ਬੰਦੇ ਜਾਂ ਤਾਂ ਹਿੰਦੂ ਆ ਜਾਂ ਫਲਾਨੀ ਜਮਾਤ ਆ, ਪਰ ਜਦੋਂ ਇਹਨਾਂ ਨੂੰ ਕੁਝ ਦੇਣ ਦਾ ਟਾਈਮ ਆਉਂਦਾ ਉਦੋਂ ਤੁਸੀਂ ਇਹਨਾਂ ਨੂੰ ਵਰਕਰਸ ਕੈਟਾਗਰੀਜ਼ 'ਚ ਰੱਖ ਦਿੰਦੇ ਹੋ, ਤੇ ਇਹਨਾਂ ਬਾਰੇ ਕਿਸੇ ਨੂੰ ਕੋਈ ਪਰਵਾਹ ਨਹੀਂ, ਕੁਛ ਨਹੀਂ ਸੋਚਿਆ ਜਾਂਦਾ। ਸੋ ਬਹੁਤ ਮਾੜੀ ਗੱਲ ਆ। ਮੈਨੂੰ ਐਂ ਲੱਗਦਾ ਤੁਹਾਡੇ ਤੱਕ ਇਹ ਗੱਲਾਂ ਪਹੁੰਚਦੀਆਂ ਹੋਣਗੀਆਂ, ਜਾਂ ਜਿਵੇਂ ਤੁਹਾਡੇ ਇਹਨਾਂ ਨੂੰ ਗੱਲਾਂ ਦੱਸੀਆਂ ਜਾਂਦੀਆਂ ਹੋਣਗੀਆਂ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ, ਉਹ ਕਿਸ ਤਰ੍ਹਾਂ ਦੱਸੀਆਂ ਜਾਂਦੀਆਂ ਹੋਣਗੀਆਂ ਮੈਨੂੰ ਨਹੀਂ ਪਤਾ, ਕਿਉਂਕਿ ਇਹ ਸਾਰੀ ਗੱਲ ਨੂੰ ਦੇਖ ਕੇ ਐਂ ਲੱਗਦਾ ਵੀ ਉਹਨਾਂ ਦੇ ਆਸ-ਪਾਸ ਜਿਹੜੇ ਲੋਕ ਬੈਠੇ ਆ ਨਾ ਉਹ ਚੰਗੇ ਲੋਕ ਨਹੀਂ ਆ, ਜਾਂ ਬਹੁਤ ਜ਼ਿਆਦਾ ਇੰਟੈਲੀਜੈਂਟ ਹੋ ਸਕਦਾ ਹੋਣ, ਪਰ ਉਹਨਾਂ ਦਾ ਜਿਹੜਾ ਫੋਕਸ ਆ ਉਹ ਫੋਕਸ ਸਿਰਫ ਪਾਰਟੀ ਨੂੰ ਲੈ ਕੇ ਜਾਂ ਇਹਨਾਂ ਦੀ ਵਿਚਾਰਧਾਰਾ ਨੂੰ ਲੈ ਕੇ ਆ, ਉਹ ਫੋਕਸ ਦੇਸ਼ ਨੂੰ ਲੈ ਕੇ ਜਾਂ ਲੋਕ ਭਲਾਈ ਨੂੰ ਲੈ ਕੇ ਨਹੀਂ ਆ, ਜਿਹੜੀ ਕਿ ਬਹੁਤ ਮਾੜੀ ਗੱਲ ਆ ਸਾਡੇ ਲਈ। ਸੋ ਇਸ ਜਿਹੜੀਆਂ ਗੱਲਾਂ ਮੈਂ ਕਰ ਰਿਹਾ ਸੀ, ਹਾਂਜੀ ਸੌਰੀ ਮੈਂ ਨਾਲ ਆਪਦਾ there is something else which I take a note of. ਸੋ ਇਹ ਸਾਰੀਆਂ ਗੱਲਾਂ ਕਰਨੀਆਂ ਇਸ ਕਰਕੇ ਜ਼ਰੂਰੀ ਸੀ ਕਿਉਂਕਿ ਜਿਵੇਂ ਇਕਨੋਮੀ ਨੂੰ ਸਾਡੇ ਸਾਹਮਣੇ ਕੱਲ ਪ੍ਰੈਜ਼ੈਂਟ ਕੀਤਾ ਗਿਆ, ਜਾਂ ਸਾਡੇ ਦੇਸ਼ ਨੂੰ ਇਹ ਕਿਹਾ ਗਿਆ ਵੀ ਤੁਸੀਂ ਆਤਮ ਨਿਰਭਰ ਬਣੋ। ਆਤਮ ਨਿਰਭਰ ਜਾਂ ਲੋਕਲ ਜਿਹੜਾ ਪ੍ਰੋਡਕਟ ਆ ਉਹਨਾਂ ਲਈ ਵੋਕਲ ਹੋ। ਲੋਕਲ ਪ੍ਰੋਡਕਟ ਕਿਹੜੇ ਆ ਜੀ? ਲੋਕਲ ਪ੍ਰੋਡਕਟ ਤਾਂ ਤੁਸੀਂ ਬਾਬਾ ਰਾਮਦੇਵ ਨੇ ਚਲਾਇਆ ਸੀ, ਸਾਨੂੰ ਪਤਾ ਉਹ ਵਿਲਫੁਲ ਡਿਫਾਲਟਰ ਆ, ਤੇ ਉਹਦਾ ਤੁਸੀਂ ਲੋਨ ਵੀ ਵੇਵ ਕਰਤਾ। ਤੇ ਆਈ ਰਿਲਾਇੰਸ ਆ, ਜਾਂ ਹੁਣ ਜਿਵੇਂ ਪਹਿਲਾਂ ਅੰਬਾਨੀ ਸ਼ੁਰੂ ਹੋਏ ਸੀ, ਹੁਣ ਅਦਾਨੀਆਂ ਨੇ ਸ਼ੁਰੂ ਹੋ ਜਾਣਾ ਜੇ ਤੁਹਾਡੀ ਗੱਲ ਸੁਣ ਕੇ, ਤੇ ਅਸੀਂ ਤਾਂ ਉਹਨਾਂ ਸਰਮਾਏਦਾਰਾਂ ਦੇ ਗੇੜ 'ਚ ਹੀ ਰਹਿ ਜਾਵਾਂਗੇ। ਸੋ ਬਿਕੋਜ਼ ਆਏ ਆਤਮ ਨਿਰਭਰ ਦੀ ਗੱਲ ਨਹੀਂ ਕੀਤੀ ਜਾ ਸਕਦੀ, ਮੈਨੂੰ ਇਸ ਕਰਕੇ ਪਤਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਅਸੀਂ today we are living in this globalization, and globalization ਦਾ ਮਤਲਬ ਹੁੰਦਾ ਫ੍ਰੀ ਮਾਰਕੀਟ ਇਕਨੋਮੀ ਆ।
ਇੰਡੀਆ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਆ ਇੱਕ, ਉਹਦਾ ਸਿਗਨੇਟਰੀ ਆ, ਉਹਦਾ ਤੁਸੀਂ ਪਾਰਟ ਹੋ। ਯੂ ਕੈਨੋਟ ਆਲ ਆਫ ਅ ਸਡਨ ਸਟੈਂਡ ਅਪ ਐਂਡ ਡਿਸਾਈਡ ਦੈਟ ਹੁਣ ਅਸੀਂ ਲੋਕਲ ਪ੍ਰੋਡਕਟਸ ਨੂੰ ਅਹਿਮੀਅਤ ਦੇਵਾਂਗੇ। ਤੇ ਲੋਕਲ ਪ੍ਰੋਡਕਟ ਲਈ ਤਾਂ ਤੁਸੀਂ ਪਹਿਲਾਂ ਮੇਕ ਇਨ ਇੰਡੀਆ ਜਾਂ ਮੇਡ ਇਨ ਇੰਡੀਆ ਪਹਿਲਾਂ ਵੀ ਇੱਕ ਆਪਦੀ ਸਕੀਮ ਚਲਾਈ ਸੀ, ਉਹ ਤਾਂ ਤੁਹਾਡੀ ਜਮਾਂ ਫੇਲ ਹੋ ਗਈ, ਤੇ ਹੁਣ ਉਹੀ ਸਕੀਮ ਤੁਸੀਂ ਦੁਬਾਰਾ ਵੇਚੀ ਜਾਂਦੇ ਹੋ। ਸੋ ਮਾਈ point is why I'm trying to actually put this point across. My point is ਤੁਹਾਨੂੰ ਸਾਰਿਆਂ ਨੂੰ ਤੇ ਮੈਨੂੰ ਇਹ ਗੱਲਾਂ ਦਾ ਪਤਾ ਹੋਣਾ ਚਾਹੀਦਾ, ਕਿਉਂਕਿ ਅਸੀਂ ਜਾਗਰੂਕ ਹੋਵਾਂਗੇ ਤਾਂ ਹੋ ਸਕਦਾ ਥੋੜਾ ਬਹੁਤ ਸੁਧਾਰ ਲਿਆ ਸਕੀਏ। ਬਾਕੀ ਮੈਂ ਇੱਕ ਚੀਜ਼ ਡਿਸਾਈਡ ਕੀਤੀ ਹੈ that I'm going to write a letter to honorable prime minister, ਔਰ ਇਹ ਗੱਲ ਮੈਂ ਇਸ ਕਰਕੇ ਕਰ ਰਿਹਾ ਜਾਂ ਇਹਦੀ ਐਫਰਟ ਵੀ ਇਸ ਕਰਕੇ ਕਰ ਰਿਹਾ ਕਿਉਂਕਿ ਸੋਸ਼ਲ ਸੈਂਸ ਆਫ ਰਿਸਪੌਂਸਿਬਿਲਿਟੀ ਸਾਨੂੰ ਬਹੁਤ ਜ਼ਰੂਰੀ ਆ, ਇਹ ਸਾਨੂੰ ਸਮਝਣੀ ਚਾਹੀਦੀ ਆ। ਮੈਂ ਜਿਵੇਂ ਜਿਵੇਂ ਥੋੜਾ ਇਤਿਹਾਸ ਪੜ੍ਹੀ ਜਾਂਦਾ, ਜਿਵੇਂ ਜਿਵੇਂ ਪੜ੍ਹੀ ਜਾਂਦਾ, ਮੇਰੇ 'ਚ ਹੋਰ ਜ਼ਿਆਦਾ ਇਹ ਸੋਸ਼ਲ ਸੈਂਸ ਆਫ ਰਿਸਪੌਂਸਿਬਿਲਿਟੀ ਘਰ ਕਰੀ ਜਾਂਦੀ ਆ। ਮੇਰਾ ਕੋਈ ਰਾਜਨੀਤਿਕ ਇਹਦੇ ਤੋਂ ਮੰਤਵ ਨਹੀਂ ਆ, ਜਾਂ ਮੇਰਾ ਇਸ ਗੱਲ ਦਾ ਕੋਈ ਮਤਲਬ ਨਹੀਂ ਹੈ ਵੀ ਮੇਰੀਆਂ ਚਾਰ ਕੰਮ ਜਿਵੇਂ ਮੈਂ ਕਹਿੰਦਾ ਹੁੰਦਾ ਵਿਗੜਨਗੇ ਹੀ, ਇਹਦੇ ਨਾਲ ਸੁਲਝਣਗੇ ਤਾਂ ਨਹੀਂ। ਤੇ ਇਸ ਕਰਕੇ ਮੈਂ ਗੱਲ ਇਹ ਤੁਹਾਡੇ ਨਾਲ ਕਰਨੀ ਚਾਹ ਰਿਹਾ। ਤੇ ਇੱਕ ਗੱਲ ਮੈਂ ਸਾਰੀ ਜਿਹੜੀ ਇਹ ਮੇਰੇ ਨਾਲ ਸਪੈਸ਼ਲੀ ਬੀਜੇਪੀ ਪਾਰਟੀ ਆ ਜਿਹੜੀ, ਉਹ ਬੰਦੇ ਮੈਨੂੰ ਮੈਸੇਜ ਕਰਦੇ ਆ ਜਾਂ ਮੇਰੇ ਨਾਲ ਉਹ ਆਪਦਾ ਗੁੱਸਾ ਜ਼ਾਹਿਰ ਕਰਦੇ ਆ, ਮੈਂ ਉਹਨਾਂ ਨੂੰ ਜਾਂ ਹੋਰ ਕਿਸੇ ਪਾਰਟੀ ਨੂੰ ਜਿਹਨੂੰ ਗੱਲਾਂ ਲੱਗਦੀਆਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ, ਮੇਰਾ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਆ, ਮੇਰੀ ਇਸ ਕਰਕੇ ਵੀ ਕੋਈ ਦੁਸ਼ਮਣੀ ਨਹੀਂ ਆ। ਤੁਸੀਂ ਜਿੱਥੇ ਵੋਟਾਂ ਪਾਉਣੀਆਂ ਤੁਸੀਂ ਜੀ ਸਦਕੇ ਨੂੰ ਪਾਓ, ਆਪਦੀ ਵਿਚਾਰਧਾਰਾ ਨੂੰ ਤੁਸੀਂ ਜਿਵੇਂ ਪ੍ਰਮੋਟ ਕਰਨਾ ਕਰੋ, ਪਰ ਜਿਹੜੀ ਗੱਲ ਸਹੀ ਹੋਊਗੀ ਉਹਨੂੰ ਅਸੀਂ ਸਹੀ ਕਹਾਂਗੇ, ਜਿਹੜੀ ਗੱਲ ਗਲਤ ਹੋਊਗੀ ਉਹਨੂੰ ਗਲਤ ਕਹਾਂਗੇ। ਤੇ ਮੈਂ ਐਜ਼ ਅ ਸਿਟੀਜ਼ਨ ਆਫ ਦਿਸ ਕੰਟਰੀ ਕੈਨ ਆਸਕ ਕੁਐਸਚਨਸ ਟੂ ਆਨਰੇਬਲ ਪ੍ਰਾਈਮ ਮਿਨਿਸਟਰ। ਤੇ ਮੈਂ ਇਹੀ ਚਾਹਣਾ ਤੁਸੀਂ ਸਾਰੇ ਵੀ ਸਵਾਲ ਪੁੱਛੋ, ਜਿਹੜੇ ਸਾਡੇ ਲੀਡਰਸ ਬੈਠੇ ਹੋਏ ਆ, ਚੇਅਰਸ ਤੇ ਬੈਠੇ ਹੋਏ ਆ, ਉਹਨਾਂ ਨੂੰ ਸਵਾਲ ਪੁੱਛੋ, ਕਿਉਂਕਿ ਸਾਡੇ ਨੁਮਾਇੰਦੇ ਆ ਉਹ। ਜੇ ਸਾਡੇ ਨੁਮਾਇੰਦੇ ਆ ਤਾਂ ਸਾਡੇ ਕੋਲੇ ਹੱਕ ਆ, ਅਸੀਂ ਉਹਨਾਂ ਨੂੰ ਸਵਾਲ ਪੁੱਛ ਸਕਦੇ ਆ। ਤੇ ਜੇ ਸਵਾਲਾਂ ਦਾ ਜਵਾਬ ਉਹ ਨਹੀਂ ਦੇਣਗੇ, ਬਹੁਤ ਮਾੜੀ ਗੱਲ ਆ। ਮੈਨੂੰ ਐਂ ਲੱਗਦਾ ਜੇ ਇੱਕ ਵਾਰੀ ਆਪਾਂ ਸਾਰੇ ਇਕੱਠੇ ਹੋ ਕੇ ਇਹ ਗੱਲ ਕਰਾਂਗੇ ਤਾਂ ਉਹਨਾਂ ਦੇ ਜਵਾਬ ਵੀ ਸਾਨੂੰ ਮਿਲਣੇ ਸ਼ੁਰੂ ਹੋ ਜਾਣਗੇ। ਜਵਾਬ ਉਹਨਾਂ ਦੀਆਂ ਪਾਲਿਸੀਜ਼ ਦੇ ਥਰੂ ਸਾਨੂੰ ਮਿਲਣ ਲੱਗ ਜਾਣਗੇ। ਪਾਲਿਸੀਜ਼ ਚੰਗੀਆਂ ਹੋਣਗੀਆਂ, ਲੋਕ ਭਲਾਈ ਵਾਸਤੇ ਹੋਣਗੀਆਂ, ਬਿਕਾਜ਼ ਇਟਸ ਅਬਾਊਟ ਟਾਈਮ ਦੈਟ ਵੀ ਆਲ ਰੇਜ਼ ਅ ਵੌਇਸ ਐਂਡ ਦੈਨ it should reach there and they should probably consider what we all want, and then only we can talk about the welfare of people. Otherwise ਬਹੁਤ ਮੁਸ਼ਕਿਲ ਹੈ ਜੀ। ਜੇ ਤੁਸੀਂ ਆਵਾਜ਼ ਨਹੀਂ ਉਠਾਓਗੇ, ਸਵਾਲ ਨਹੀਂ ਪੁੱਛੋਗੇ, ਬਹੁਤ ਮੁਸ਼ਕਿਲ ਆ। ਤੇ ਤੁਹਾਡਾ ਸਵਾਲ ਉਠਾਉਣਾ ਤੇ ਤੁਹਾਡੇ ਲਈ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਇਹਦੇ ਲਈ ਚਾਹੇ ਤੁਹਾਨੂੰ ਪੜ੍ਹਨਾ ਪਵੇ, ਇਸੇ ਕਰਕੇ ਐਜੂਕੇਸ਼ਨ ਬਹੁਤ ਜ਼ਰੂਰੀ ਹੈ। ਪੜ੍ਹਨਾ ਪਵੇ ਤੁਹਾਨੂੰ ਜਾਂ ਤੁਹਾਨੂੰ ਤਰਕ ਵਿਤਰਕ ਕਰਨਾ ਪਵੇ, ਇਹਨਾਂ ਗੱਲਾਂ ਤੋਂ ਪਿੱਛੇ ਨਾ ਹਟਿਓ, ਸੱਚ ਬੋਲਣ ਤੋਂ ਵੀ ਪਿੱਛੇ ਨਾ ਹਟਿਓ, ਕਿਉਂਕਿ ਅਸੀਂ ਇੱਕ ਇਹੋ ਜਿਹੇ ਮੋੜ ਤੇ ਖੜ੍ਹੇ ਹਾਂ ਵੀ ਜਾਂ ਤਾਂ ਅੱਗੇ ਕੁਛ ਨਹੀਂ ਹੋਣਾ ਜਾਂ ਚੀਜ਼ਾਂ ਚੇਂਜ ਹੋ ਜਾਣਗੀਆਂ। ਤਾਂ ਮੈਂ ਸਾਡੀ ਜਿਹੜੀ ਪ੍ਰੈਸ ਆ, ਸਾਡੇ ਜਿਹੜੇ ਜਰਨਲਿਜ਼ਮ ਦੇ ਬੰਦੇ ਆ, ਉਹਨਾਂ ਨੂੰ ਵੀ ਇਹ ਅਪੀਲ ਕਰਦਾ ਜਾਂ ਉਹਨਾਂ ਤੋਂ ਮੈਂ ਆਸ ਰੱਖਦਾ ਵੀ ਉਹ ਨਿਰਪੱਖ ਹੋ ਕੇ ਆਪਦੀ ਜਿਹੜੀ ਜਰਨਲਿਜ਼ਮ ਨੂੰ ਉਹ ਜਾਂ ਆਪਦੀ ਜਿਹੜੀ ਡਿਊਟੀ ਨੂੰ ਨਿਭਾਉਣਗੇ। ਕਿਉਂਕਿ ਜੇ ਉਹ ਨਿਰਪੱਖ ਨਹੀਂ ਰਹਿਣਗੇ ਤਾਂ ਸਾਨੂੰ ਹੋ ਸਕਦਾ ਉਹਦੀ ਸਮਝ ਨਾ ਹੋਵੇ, ਤਾਂ ਸਾਨੂੰ ਆਪਦੀ ਆਵਾਜ਼ ਚੱਕਣੀ ਪੈਂਦੀ ਹੈ। ਪਰ ਜਦੋਂ ਅਸੀਂ ਪ੍ਰੈਸ ਨੂੰ ਦੇਖਦੇ ਹਾਂ, ਜਿਹੜਾ ਇੱਕ ਦੇਸ਼ ਦਾ ਪਿੱਲਰ ਕਿਹਾ ਜਾਂਦਾ ਜਾਂ ਸਾਡੇ ਸਮਾਜ ਦਾ ਪਿੱਲਰ ਕਿਹਾ ਜਾਂਦਾ, ਜਦੋਂ ਪ੍ਰੈਸ ਨੂੰ ਦੇਖਦੇ ਹਾਂ ਅਸੀਂ ਵੀ ਉਹ ਨਿਰਪੱਖ ਹੋ ਕੇ ਆਪਦੀ ਰਿਪੋਰਟਿੰਗ ਕਰ ਰਹੀ ਹੈ, ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ। ਇਸ ਕਰਕੇ ਨਿਰਪੱਖ ਹੋ ਕੇ ਆਪਦੀ ਰਿਪੋਰਟਿੰਗ ਕਰੋ। ਬਾਕੀ ਮੇਰੇ ਪੰਜਾਬ 'ਚ ਸਾਡੇ ਜਿਹੜੇ ਬੰਦੇ ਆ ਜਾਂ ਸਾਡੇ ਜਿਹੜੇ ਇਹ ਚਾਹੁੰਦੇ ਆ ਵੀ ਆਪਾਂ ਕੁਛ ਚੇਂਜ ਲੈ ਕੇ ਆਈਏ, ਉਹਨਾਂ ਸਾਰਿਆਂ ਨੂੰ ਵੀ ਮੇਰੀ ਬੇਨਤੀ ਆ ਵੀ ਤੁਹਾਡਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ, ਬੁੱਧੀਜੀਵੀਆਂ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ ਜੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਇੱਕ ਗੱਲ ਹੋਰ ਜਾਂਦੇ ਜਾਂਦੇ ਮੈਂ ਕਰਨੀ ਸੀ ਵੀ ਸਾਡੇ ਕੋਲੇ ਹਜੇ ਵੀ ਸਰਦਾਰ ਮਨਮੋਹਨ ਸਿੰਘ ਵਰਗੇ ਜਿਹੜੇ ਇਕੋਨਮਿਸਟ, ਮੈਂ ਜੇ ਉਹਨਾਂ ਦੀ ਗੱਲ ਕਰ ਰਿਹਾ ਤਾਂ ਇਹ ਨਾ ਸਮਝੋ ਮੈਂ ਕਾਂਗਰਸ ਪਾਰਟੀ ਦੀ ਗੱਲ ਕਰ ਰਿਹਾ। ਮੇਰਾ ਕਾਂਗਰਸ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ, ਨਾ ਕੋਈ ਮਤਲਬ ਨਹੀਂ, ਨਾ ਹੀ ਮੈਂ ਉਹਨਾਂ ਦੀ ਸਪੋਰਟ ਕਰਦਾ। ਜਾਂ ਸਰਦਾਰ ਮਨਟੇਕ ਸਿੰਘ ਆਹਲੂਵਾਲੀਆ ਵਰਗੇ ਜਾਂ ਸਰਦਾਰ ਮਨੋਹਰ ਸਿੰਘ ਗਿੱਲ ਵਰਗੇ ਬੰਦੇ ਬੈਠੇ ਆ। ਸਾਡੇ ਕੋਲੇ ਇੱਥੇ ਵਾਜਪਾਈ ਸਾਹਿਬ ਵਰਗੇ ਸਟੇਟਸਮੈਨ ਵੀ ਰਹਿ ਕੇ ਗਏ ਆ। ਸਾਡੇ ਕੋਲੇ ਇੱਥੇ APJ ਅਬਦੁਲ ਕਲਾਮ ਵਰਗੇ ਵੀ ਬੰਦੇ ਜਿਹੜੇ ਸਾਡੇ ਵੱਡੇ ਬਾਬੇ ਬੰਦੇ ਹੋਏ ਆ, ਉਹ ਰਹਿ ਕੇ ਗਏ ਆ ਜੀ। ਅਸੀਂ ਉਹਨਾਂ ਨੂੰ ਹੀ ਰੋਲ ਮਾਡਲ ਬਣਾ ਕੇ ਉਹਨਾਂ ਤੋਂ ਕੁਝ ਸਿੱਖ ਲਈਏ, ਇਹ ਸਾਡੇ ਲਈ ਬਹੁਤ ਜ਼ਰੂਰੀ ਆ। ਇਹ ਸਾਡੀਆਂ ਸਰਕਾਰਾਂ ਨੂੰ ਵੀ ਮੇਰੀ ਬੇਨਤੀ ਆ। ਸੋ ਇਕੱਠੇ ਹੋ ਕੇ ਇੱਕ ਵਾਰੀ ਲੋਕ ਭਲਾਈ ਬਾਰੇ ਸੋਚੋ। ਐਂਡ ਤੁਸੀਂ ਸਾਰੇ ਜਿਹੜੇ ਮੈਨੂੰ ਸੁਣ ਰਹੇ ਹੋ,
ਤੁਸੀਂ ਜਾਗਰੂਕ ਹੋ, ਸਵਾਲ ਪੁੱਛੋ, ਆਪਦੀ ਆਵਾਜ਼ ਉਠਾਓ। ਤੁਹਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਜੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਸਤਿ ਸ਼੍ਰੀ ਅਕਾਲ।